ਡੇਵਿਡ ਜਿੱਥੇ ਨੌਕਰੀ ਕਰਦਾ ਸੀ ਉਸ ਹੋਟਲ ਵਿੱਚ ਇੱਕ ਖੂਫੀਆ ਕਮਰਾ ਸੀ। ਖੂਫੀਆ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਡੇਵਿਡ ਦਾ ਉੱਧਰ ਜਾਣਾ ਮਨ੍ਹਾ ਸੀ। ਜੇਕਰ ਡੇਵਿਡ ਗਲਤੀ ਨਾਲ ਉੱਧਰ ਚਲਾ ਜਾਂਦਾ ਤਾਂ ਕੋਈ ਨਾ ਕੋਈ ਬੰਦਾ ਉਸ ਨੂੰ ਵਾਪਸ ਆਉਣ ਦਾ ਇਸ਼ਾਰਾ ਕਰ ਦਿੰਦਾ ਅਤੇ ਦੂਜੀ ਵਾਰ ਉੱਧਰ ਜਾਣ ਤੋਂ ਸਖਤੀ ਨਾਲ ਮਨ੍ਹਾ ਕਰ ਦਿੱਤਾ ਜਾਂਦਾ। ਇਸ ਗੱਲ ਤੋਂ ਡੇਵਿਡ ਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸ ਦਾ ਕੰਮ ਹੋਟਲ ਵਿੱਚ ਨੌਕਰੀ ਕਰਨਾ ਸੀ। ਪਰ ਫਿਰ ਵੀ ਇੱਕ ਸ਼ੱਕ ਬੰਦੇ ਦੇ ਦਿਮਾਗ ਵਿੱਚ ਪੈਦਾ ਹੋ ਜਾਂਦਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਡੇਵਿਡ ਨੇ ਦੇਖਿਆ ਕਿ ਵੇਟਰ ਕੁਲਦੀਪ ਉਸ ਕਮਰੇ ਵੱਲ ਜਾ ਰਿਹਾ ਹੈ। ਉਸ ਦਾ ਦਿਲ ਕੀਤਾ ਕਿ ਉਹ ਉਸ ਦਾ ਪਿੱਛਾ ਕਰੇ ਅਤੇ ਉਸ ਦੇ ਨਾਲ ਜਾ ਕੇ ਦੇਖੇ ਕਿ ਆਖਿਰ ਇਸ ਕਮਰੇ ਵਿੱਚ ਅਜਿਹਾ ਕੀ ਹੈ। ਉੱਧਰ ਆਮ ਵੇਟਰਾਂ ਦਾ ਜਾਣਾ ਮਨ੍ਹਾ ਹੈ। ਇਹੀ ਸੋਚ ਕੇ ਉਹ ਕੁਲਦੀਪ ਦੇ ਪਿੱਛੇ ਆ ਗਿਆ। ਕੁਲਦੀਪ ਆਰਡਰ ਦੇ ਮੁਤਾਬਕ ਉਸੇ ਕਮਰੇ ਵੱਲ ਵਧ ਰਿਹਾ ਸੀ। ਡੇਵਿਡ ਵੀ ਉਸ ਦੇ ਪਿੱਛੇ ਪਿੱਛੇ ਜਾ ਰਿਹਾ ਸੀ। ਅਚਾਨਕ ਕੁਲਦੀਪ ਨੇ ਪਿੱਛੇ ਮੁੜ ਕੇ ਦੇਖ ਲਿਆ ਅਤੇ ਸਖਤੀ ਨਾਲ ਡੇਵਿਡ ਨੂੰ ਘੂਰ ਕੇ ਬੋਲਿਆ, ਆਪਣੀ ਜਾਨ ਦਾ ਦੁਸ਼ਮਣ ਕਿਉਂ ਬਣ ਰਿਹਾ ਹੈ? ਇਸ ਕਮਰੇ ਵਿੱਚ ਕੁਝ ਹੀ ਲੋਕਾਂ ਨੂੰ ਜਾਣ ਦੀ ਇਜਾਜ਼ਤ ਹੈ। ਰੱਬ ਦੇ ਵਾਸਤੇ ਇੱਥੋਂ ਚਲਾ ਜਾ, ਨਹੀਂ ਤਾਂ ਮੇਰੇ ਉੱਪਰ ਇਲਜ਼ਾਮ ਲੱਗੇਗਾ ਕਿ ਮੈਂ ਤੈਨੂੰ ਆਪਣੇ ਨਾਲ ਲੈ ਕੇ ਆਇਆ ਹਾਂ। ਉਸ ਦੀ ਗੱਲ ਸੁਣ ਕੇ ਡੇਵਿਡ ਸ਼ਰਮਿੰਦਾ ਹੋ ਗਿਆ। ਵੈਸੇ ਵੀ ਇਸ ਕਮਰੇ ਨਾਲ ਉਸ ਦਾ ਕੋਈ ਵਾਹ ਵਾਸਤਾ ਨਹੀਂ ਸੀ। ਡੇਵਿਡ ਵਾਪਸ ਮੁੜ ਆਇਆ, ਕਾਊਂਟਰ 'ਤੇ ਬੈਠਾ। ਉਹ ਇਹੀ ਸੋਚ ਰਿਹਾ ਸੀ ਕਿ ਆਖਿਰ ਇਸ ਕਮਰੇ ਵਿੱਚ ਅਜਿਹਾ ਕੀ ਹੁੰਦਾ ਹੈ। ਉਦੋਂ ਹੀ ਬਾਹਰ ਇੱਕ ਸੋਹਣੀ ਕੁੜੀ ਸੋਹਣੀ ਕਾਲੇ ਰੰਗ ਦੀ ਕਾਰ ਆ ਕੇ ਰੁਕੀ। ਡੇਵਿਡ ਦੀਆਂ ਨਜ਼ਰਾਂ ਕਾਰ ਵੱਲ ਹੀ ਟਿਕ ਗਈਆਂ ਕਿਉਂਕਿ ਇਹ ਕਾਰ ਬਹੁਤ ਹੀ ਸੋਹਣੀ ਸੀ। ਕਾਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਇੱਕ ਕੁੜੀ ਬੜੀ ਸ਼ਾਨ ਨਾਲ ਚਲਦੀ ਹੋਈ ਹੋਟਲ ਦੇ ਅੰਦਰ ਦਾਖਲ ਹੋਈ। ਡੇਵਿਡ ਉਸ ਕੁੜੀ ਦੀ ਖੂਬਸੂਰਤੀ ਦੇਖ ਕੇ ਹੈਰਾਨ ਰਹਿ ਗਿਆ ਸੀ। ਉਹ ਬੇਹੱਦ ਖੂਬਸੂਰਤ ਸੀ। ਉਸ ਦੇ ਚਿਹਰੇ 'ਤੇ ਕੋਈ ਵੀ ਦਾਗ ਨਹੀਂ ਸੀ। ਉਹ ਬੇਦਾਗ ਚੰਦ ਦੀ ਤਰ੍ਹਾਂ ਸੀ। ਡੇਵਿਡ ਉਸ ਵੱਲ ਆਪਣੀਆਂ ਨਜ਼ਰਾਂ ਜਮਾਈ ਬੈਠਾ ਹੀ ਸੀ ਕਿ ਇੱਕ ਗ੍ਰਾਹਕ ਦਾ ਆਰਡਰ ਆਇਆ। ਡੇਵਿਡ ਆਰਡਰ ਲੈਣ ਲੱਗਿਆ। ਉਹ ਕੁੜੀ ਡੇਵਿਡ ਨੂੰ ਕਮਰੇ ਵੱਲ ਜਾਂਦੀ ਦਿਖੀ। ਉਸ ਦਾ ਚਿਹਰਾ ਮੁਰਝਾ ਗਿਆ। ਆਪਣੇ ਨਾਲ ਬੈਠੇ ਦੋਸਤ ਦੇ ਕੰਨ ਵਿੱਚ ਉਸ ਨੇ ਹੌਲੀ ਜਿਹੇ ਕਿਹਾ, ਇਹ ਕੁੜੀ ਉਸ ਕਮਰੇ ਵੱਲ ਜਾ ਰਹੀ ਹੈ ਜਿੱਧਰ ਸਾਡਾ ਜਾਣਾ ਮਨ੍ਹਾ ਹੈ। ਤੈਨੂੰ ਕੀ ਲੱਗਦਾ ਇਹ ਕੁੜੀ ਇੱਥੇ ਕਿਉਂ ਆਈ ਹੈ? ਉਸ ਦੀ ਗੱਲ ਸੁਣ ਕੇ ਕੁਲਦੀਪ ਨੇ ਕਿਹਾ, ਯਾਰ ਤੈਨੂੰ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਪਤਾ ਹੀ ਹੈ, ਪੈਸੇ ਅਤੇ ਮਤਲਬ ਦੀ ਖਾਤਰ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ। ਇਹ ਵੀ ਉਹਨਾਂ ਕੁੜੀਆਂ ਵਿੱਚੋਂ ਹੀ ਹੋਵੇਗੀ। ਵੈਸੇ ਵੀ ਤਾਂ ਤੂੰ ਇਸ ਕੁੜੀ ਨੂੰ ਪਹਿਲੀ ਵਾਰ ਵੇਖਿਆ ਹੋਵੇਗਾ, ਪਰ ਮੈਂ ਹਰ ਰੋਜ਼ ਇਸ ਕਮਰੇ ਵਿੱਚ ਇੱਕ ਕੁੜੀ ਨੂੰ ਜਾਂਦੇ ਦੇਖਦਾ ਹਾਂ। ਪਤਾ ਨਹੀਂ ਕਿੱਧਰ ਜਾਂਦੀ ਹੈ, ਕੀ ਕਰਦੀ ਹੈ। ਫਿਰ ਡੇਵਿਡ ਉਸ ਕੁੜੀ ਦਾ ਇੰਤਜ਼ਾਰ ਕਰਨ ਲੱਗ ਗਿਆ ਜੋ ਉਸ ਕਮਰੇ ਵਿੱਚ ਗਈ ਸੀ। ਉਸ ਦੇ ਵਾਪਸ ਆਉਣ 'ਤੇ ਉਸ ਦਾ ਦੀਦਾਰ ਹੋ ਜਾਣਾ ਉਸ ਲਈ ਖੁਸ਼ਕਿਸਮਤੀ ਤੋਂ ਘੱਟ ਨਹੀਂ ਸੀ। ਉਸ ਦਿਨ ਡੇਵਿਡ ਨੇ ਓਵਰਟਾਈਮ ਡਿਊਟੀ ਵੀ ਕਰ ਲਈ। ਉਹ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਇਸ ਕੁੜੀ ਦਾ ਸੋਹਣਾ ਚਿਹਰਾ ਦੇਖਣ ਨੂੰ ਮਿਲ ਜਾਵੇ। ਪਰ ਸਵੇਰ ਤੋਂ ਸ਼ਾਮ ਅਤੇ ਸ਼ਾਮ ਤੋਂ ਰਾਤ ਹੋ ਗਈ। ਉਹ ਕੁੜੀ ਦੁਬਾਰਾ ਨਜ਼ਰ ਨਹੀਂ ਆਈ। ਉਹ ਕੁੜੀ ਡੇਵਿਡ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਤਾਂ ਹੀ ਤਾਂ ਉਸ ਦਾ ਇੰਤਜ਼ਾਰ ਕਰਨ ਲੱਗ ਗਿਆ, ਪਰ ਉਸ ਨੂੰ ਆਉਣਾ ਨਹੀਂ ਸੀ ਅਤੇ ਉਹ ਨਹੀਂ ਆਈ। ਉਸ ਦੇ ਦੋਸਤ ਕੁਲਦੀਪ ਨੂੰ ਵੀ ਉਸ ਦੀ ਦਿਲ ਦੀ ਹਾਲਤ ਦਾ ਅੰਦਾਜ਼ਾ ਸੀ। ਉਹ ਕਹਿਣ ਲੱਗਿਆ ਕਿ ਮੈਂ ਜਾਣਦਾ ਹਾਂ ਤੂੰ ਉਸ ਕੁੜੀ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਕੀ ਤੈਨੂੰ ਪਤਾ ਹੈ ਜਿਹੜੀ ਕੁੜੀ ਇੱਕ ਵਾਰ ਉਸ ਕਮਰੇ ਵਿੱਚ ਚਲੀ ਜਾਵੇ ਉਹ ਵਾਪਸ ਨਹੀਂ ਆਉਂਦੀ। ਉਸ ਦਾ ਇੰਤਜ਼ਾਰ ਕਰਨਾ ਬੇਕਾਰ ਹੈ। ਕੁਲਦੀਪ ਦੀ ਗੱਲ ਸੁਣ ਕੇ ਡੇਵਿਡ ਉਦਾਸ ਹੋ ਗਿਆ, ਪਰ ਉਸ ਦੇ ਦਿਲ ਵਿੱਚ ਇੱਕ ਉਮੀਦ ਸੀ ਕਿ ਉਹ ਮੈਨੂੰ ਇੱਕ ਦਿਨ ਜ਼ਰੂਰ ਮਿਲੇਗੀ। ਉਹ ਸੋਚਣ ਲੱਗਿਆ ਕਿ ਸ਼ਾਇਦ ਉਹ ਦੂਸਰੇ ਦਰਵਾਜ਼ੇ ਤੋਂ ਚਲੀ ਗਈ ਹੋਵੇ ਅਤੇ ਕੱਲ੍ਹ ਦੁਬਾਰਾ ਵਾਪਸ ਆ ਜਾਵੇ। ਉਸ ਦੇ ਇਲਾਕੇ ਵਿੱਚ ਜ਼ਿਆਦਾਤਰ ਲੋਕ ਘੁੰਮਣ ਫਿਰਨ ਲਈ ਆਉਂਦੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਾਹਰਲੇ ਦੇਸ਼ਾਂ ਦੇ ਜੋੜੇ ਸ਼ਾਮਲ ਹੁੰਦੇ ਸਨ।
ਡੇਵਿਡ ਅਗਲੇ ਦਿਨ ਦਾ ਇੰਤਜ਼ਾਰ ਕਰਨ ਲੱਗਿਆ। ਸ਼ਾਇਦ ਉਹ ਕਿਸੇ ਹੋਰ ਮੁਲਕ ਦੀ ਹੋਵੇ। ਇਹੀ ਸੋਚ ਕੇ ਉਸ ਦੀਆਂ ਉਮੀਦਾਂ ਵੱਧ ਗਈਆਂ। ਠੀਕ ਉਸੇ ਟਾਈਮ ਦਿਨ ਦੇ 12 ਵਜੇ ਇੱਕ ਕਾਲੇ ਰੰਗ ਦੀ ਕਾਰ ਹੋਟਲ ਦੇ ਮੇਨ ਗੇਟ ਦੇ ਅੱਗੇ ਆ ਕੇ ਰੁਕੀ। ਡੇਵਿਡ ਦੀ ਖੁਸ਼ੀ ਦਾ ਤਾਂ ਠਿਕਾਣਾ ਹੀ ਨਹੀਂ ਸੀ। ਕਾਰ ਵਿੱਚੋਂ ਇੱਕ ਕੁੜੀ ਨਿਕਲੀ ਜੋ ਕਿ ਉਸੇ ਕੱਦ ਕਾਠੀ ਦੀ ਸੀ। ਉਹ ਸਮਝ ਗਿਆ ਸੀ ਕਿ ਇਹ ਉਹੀ ਕੁੜੀ ਹੈ, ਪਰ ਇਹ ਕੀ ਉਸ ਨੇ ਤਾਂ ਆਪਣਾ ਚਿਹਰਾ ਹੀ ਢੱਕਿਆ ਹੋਇਆ ਸੀ। ਉਹ ਕਾਲੇ ਬੁਰਕੇ ਵਿੱਚ ਛੁਪੀ ਹੋਈ ਸੀ ਅਤੇ ਉਸ ਨੇ ਸਿਰ ਵੀ ਢੱਕਿਆ ਹੋਇਆ ਸੀ, ਜਿਸ ਕਰਕੇ ਡੇਵਿਡ ਉਸ ਦਾ ਚਿਹਰਾ ਨਾ ਦੇਖ ਸਕਿਆ। ਪਰ ਦਿਲ ਵਿੱਚ ਖੁਸ਼ੀ ਬਹੁਤ ਸੀ ਕਿ ਉਹ ਕੁੜੀ ਕਿਤੇ ਨਹੀਂ ਗਈ, ਬਲਕਿ ਇਸ ਹੋਟਲ ਵਿੱਚ ਦੁਬਾਰਾ ਆਈ ਹੈ। ਡੇਵਿਡ ਨੇ ਕੁਲਦੀਪ ਨੂੰ ਵੀ ਉਸ ਵੱਲ ਵੇਖਣ ਲਈ ਕਿਹਾ। ਉਹ ਕਹਿਣ ਲੱਗਿਆ ਕਿ ਤੈਨੂੰ ਗਲਤਫਹਿਮੀ ਹੋਈ ਹੈ, ਤੂੰ ਇਸ ਹੋਟਲ ਵਿੱਚ ਕੁੜੀ ਵੀ ਹੋਣ ਵਾਲੀ ਹੈ। ਕੁੜੀਆਂ ਨੇ ਤਾਂ ਆਪਣਾ ਚਿਹਰਾ ਨਾ ਲਗਾ ਢੱਕਿਆ ਹੋਇਆ ਹੈ। ਇੱਥੇ ਤਾਂ ਅਵਾਰਾ ਅਤੇ ਅਯਾਸ਼ੀ ਕਰਨ ਵਾਲੀਆਂ ਕੁੜੀਆਂ ਆਉਂਦੀਆਂ ਹਨ। ਤੂੰ ਤਾਂ ਇੱਕ ਸ਼ਰੀਫ ਘਰ ਦਾ ਮੁੰਡਾ ਹੈ। ਕੁਲਦੀਪ ਦੀਆਂ ਗੱਲਾਂ ਡੇਵਿਡ ਨੂੰ ਚੁੱਭ ਰਹੀਆਂ ਸਨ, ਪਰ ਉਹ ਠੀਕ ਕਹਿੰਦਾ ਸੀ। ਭਲਾ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਇਕੱਲੀ ਕੁੜੀ ਦਾ ਕੀ ਕੰਮ? ਡੇਵਿਡ ਉਸ ਕੁੜੀ ਨੂੰ ਵੇਖਣਾ ਚਾਹੁੰਦਾ ਸੀ। ਜਦੋਂ ਉਹ ਅੰਦਰ ਵੱਲ ਜਾਣ ਲੱਗੀ, ਡੇਵਿਡ ਨੇ ਉਸ ਦਾ ਪਿੱਛਾ ਕੀਤਾ। ਪਤਾ ਨਹੀਂ ਕਿਹੜੀ ਚੀਜ਼ ਉਸ ਨੂੰ ਉਸ ਲੜਕੀ ਵੱਲ ਖਿੱਚ ਰਹੀ ਸੀ। ਕੁਲਦੀਪ ਨੇ ਡੇਵਿਡ ਨੂੰ ਮਨਾ ਵੀ ਕੀਤਾ ਕਿ ਜੇਕਰ ਤੈਨੂੰ ਮਾਲਕ ਦੇ ਉਸ ਖਾਸ ਵੇਟਰ ਨੇ ਦੇਖ ਲਿਆ ਤਾਂ ਉਹ ਤੇਰੀ ਚੰਗੀ ਤਰ੍ਹਾਂ ਕਲਾਸ ਲਗਾਏਗਾ। ਗੱਡੀ ਵਿੱਚੋਂ ਨਿਕਲਣ ਵਾਲੀਆਂ ਕੁੜੀਆਂ ਨੂੰ ਉਸ ਮੁੰਡੇ ਦੇ ਨਾਲ ਕੁਲਦੀਪ ਹੀ ਅੰਦਰ ਕਮਰੇ ਤੱਕ ਲੈ ਕੇ ਜਾਂਦਾ ਸੀ। ਪਰ ਉਸ ਦਿਨ ਡੇਵਿਡ ਤੋਂ ਸਬਰ ਨਹੀਂ ਹੋਇਆ। ਉਹ ਉਸ ਕੁੜੀ ਦੇ ਪਿੱਛੇ ਪਿੱਛੇ ਤੁਰ ਪਿਆ। ਉਸਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਰ ਤੇਜ਼ ਤੁਰਨ ਲੱਗੀ। ਉਸ ਦਾ ਬੁਰਕਾ ਉਸ ਦੇ ਪੈਰਾਂ ਵਿੱਚ ਫਸ ਰਿਹਾ ਸੀ। ਉਹ ਬਹੁਤ ਪਰੇਸ਼ਾਨ ਲੱਗ ਰਹੀ ਸੀ। ਸ਼ਾਇਦ ਡੇਵਿਡ ਦਾ ਉਸ ਨੂੰ ਬੁਲਾਉਣਾ ਚੰਗਾ ਨਹੀਂ ਲੱਗਿਆ, ਪਰ ਉਸ ਦਾ ਦਿਲ ਕਹਿ ਰਿਹਾ ਸੀ ਇਹ ਉਹੀ ਕੁੜੀ ਹੈ। ਉਸ ਨੇ ਅੱਗੇ ਵਧ ਕੇ ਉਸ ਲੜਕੀ ਦਾ ਰਸਤਾ ਰੋਕ ਲਿਆ, ਪਰ ਇਹ ਦੇਖ ਕੇ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ, ਕਿਉਂਕਿ ਇਹ ਉਹ ਕੁੜੀ ਨਹੀਂ ਸੀ, ਸਗੋਂ ਉਸ ਦੀ ਆਪਣੀ ਸਕੀ ਭੈਣ ਸੀ। ਤੂੰ ਇੱਥੇ ਕਿਵੇਂ ਆਈ? ਉਸ ਨੇ ਉਸ ਨੂੰ ਹੈਰਾਨੀ ਨਾਲ ਪੁੱਛਿਆ। ਉਸ ਨੇ ਡੇਵਿਡ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਸੇ ਸਮੇਂ ਉੱਥੇ ਮਾਲਕ ਦਾ ਖਾਸ ਵੇਟਰ ਆ ਗਿਆ ਅਤੇ ਡੇਵਿਡ ਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖ ਕੇ ਬੋਲਿਆ, ਤੂੰ ਕੀ ਕਰ ਰਿਹਾ ਹੈ? ਮਾਲਕ ਨੂੰ ਤੇਰੀ ਸ਼ਿਕਾਇਤ ਕਰਾਂਗਾ। ਅੱਜ ਕੱਲ੍ਹ ਤੂੰ ਇਸ ਕਮਰੇ ਕੋਲ ਕੁਝ ਜ਼ਿਆਦਾ ਹੀ ਮੰਡਰਾਉਣ ਲੱਗ ਗਿਆ ਹੈ। ਤੇਰਾ ਇਲਾਜ ਕਰਨਾ ਪਏਗਾ। ਉਸ ਨੇ ਡੇਵਿਡ ਨੂੰ ਆਕੜ ਦਿਖਾਈ, ਪਰ ਉਸ ਦਾ ਕੋਈ ਫਰਕ ਨਹੀਂ ਪਿਆ, ਕਿਉਂਕਿ ਉਹ ਉਸ ਦੀ ਆਪਣੀ ਸਕੀ ਭੈਣ ਅੱਜ ਉਸ ਕਮਰੇ ਵਿੱਚ ਜਾ ਰਹੀ ਸੀ। ਉਸ ਤੋਂ ਸਬਰ ਨਹੀਂ ਹੋ ਰਿਹਾ ਸੀ। ਉਹ ਉਸ ਕਮਰੇ ਵਿੱਚੋਂ ਆਪਣੀ ਭੈਣ ਨੂੰ ਖਿੱਚ ਕੇ ਬਾਹਰ ਲੈ ਕੇ ਆਉਣਾ ਚਾਹੁੰਦਾ ਸੀ, ਕਿਉਂਕਿ ਜੋ ਵੀ ਕੁੜੀ ਇਸ ਕਮਰੇ ਵਿੱਚ ਗਈ ਉਹ ਅੱਜ ਤੱਕ ਵਾਪਸ ਨਹੀਂ ਆਈ। ਪਰ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਸੀ ਕਿ ਉਸ ਦੀ ਭੈਣ ਇਸ ਹੋਟਲ ਦੇ ਉਸ ਖੂਫੀਆ ਕਮਰੇ ਵਿੱਚ ਗਈ ਹੈ। ਅਖੀਰ ਇਹ ਉਸ ਦੀ ਇੱਜ਼ਤ ਦਾ ਸਵਾਲ ਸੀ। ਉਹ ਕਿਸੇ ਤੋਂ ਮਦਦ ਵੀ ਨਹੀਂ ਮੰਗ ਸਕਦਾ ਸੀ। ਉਹ ਸਿਰ ਝੁਕਾ ਕੇ ਉੱਥੋਂ ਵਾਪਸ ਆ ਗਿਆ, ਕਿਉਂਕਿ ਉਸ ਸਮੇਂ ਸਿਕਿਉਰਿਟੀ ਗਾਰਡ ਉੱਥੇ ਖੜਾ ਉਸ ਨੂੰ ਵੇਖ ਰਿਹਾ ਸੀ। ਹੋਟਲ ਦੀ ਇੰਨੀ ਵੱਡੀ ਮੈਨੇਜਮੈਂਟ ਨਾਲ ਪੰਗਾ ਲੈਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਫਿਰ ਉਹ ਚੁੱਪਚਾਪ ਕਾਊਂਟਰ 'ਤੇ ਵਾਪਸ ਕੁਲਦੀਪ ਕੋਲ ਆ ਕੇ ਬੈਠ ਗਿਆ। ਕੁਲਦੀਪ ਨੇ ਕਿਹਾ, ਹੋ ਗਏ ਦਰਸ਼ਨ ਭਾਬੀ ਦੇ? ਉਸ ਦੇ ਕੋਲ ਕੋਈ ਜਵਾਬ ਨਹੀਂ ਸੀ। ਨਹੀਂ ਯਾਰ, ਇੱਕ ਬਹੁਤ ਵੱਡੀ ਦਿੱਕਤ ਹੋ ਗਈ ਹੈ। ਉਸ ਨੇ ਕੁਲਦੀਪ ਨੂੰ ਸਾਰੀ ਕਹਾਣੀ ਦੱਸਣ ਦਾ ਫੈਸਲਾ ਕੀਤਾ, ਕਿਉਂਕਿ ਕੁਲਦੀਪ ਨੂੰ ਦੱਸੇ ਬਗੈਰ ਉਸ ਕੋਲ ਭੈਣ ਨੂੰ ਬਚਾਉਣ ਦਾ ਹੋਰ ਕੋਈ ਰਸਤਾ ਨਹੀਂ ਸੀ। ਕੁਲਦੀਪ ਹੀ ਸੀ ਜੋ ਉਸ ਦੀ ਮਦਦ ਕਰ ਸਕਦਾ ਸੀ। ਉਹ ਕਮਰਾ ਜਿੱਥੇ ਉਸ ਦੀ ਭੈਣ ਗਈ ਸੀ, ਉਸ ਦੇ ਬਾਰੇ ਵਿੱਚ ਕਿਸੇ ਵੀ ਵੇਟਰ ਦੀ ਚੰਗੀ ਰਾਏ ਨਹੀਂ ਸੀ। ਉਸ ਨੂੰ ਘਬਰਾਹਟ ਹੋ ਰਹੀ ਸੀ। ਆਪਣੀ ਭੈਣ ਬਾਰੇ ਸੋਚ ਕੇ ਉਸ ਦਾ ਮਨ ਬੇਚੈਨ ਹੋ ਰਿਹਾ ਸੀ। ਆਖਿਰ
ਉਸ ਬੰਦ ਕਮਰੇ ਵਿੱਚ ਉਸ ਦੀ ਭੈਣ ਨਾਲ ਕੀ ਹੋ ਰਿਹਾ ਹੋਵੇਗਾ। ਥੋੜੀ ਦੇਰ ਬਾਅਦ ਕੁਲਦੀਪ ਨੇ ਮਾਲਕ ਦੇ ਉਸ ਖਾਸ ਵੇਟਰ ਨੂੰ ਪਤਾ ਨਹੀਂ ਕੀ ਕਿਹਾ ਕਿ ਉਸ ਨੂੰ ਤਰਸ ਆ ਗਿਆ। ਸ਼ਾਇਦ ਉਹ ਵੀ ਧੀਆਂ ਭੈਣਾਂ ਵਾਲਾ ਸੀ, ਇਸ ਲਈ ਡੇਵਿਡ ਦੀ ਮਜਬੂਰੀ ਸਮਝ ਗਿਆ ਸੀ। ਪਰ ਡੇਵਿਡ ਵੀ ਉੱਥੇ ਵੇਟਰ ਸੀ। ਇੱਕ ਹੱਦ ਤੋਂ ਜ਼ਿਆਦਾ ਇੱਕ ਦੂਜੇ ਦੀ ਮਦਦ ਵੀ ਨਹੀਂ ਕਰ ਸਕਦੇ ਸੀ। ਉਸ ਨੇ ਡੇਵਿਡ ਨੂੰ ਇਜਾਜ਼ਤ ਤਾਂ ਦੇ ਦਿੱਤੀ ਸੀ, ਪਰ ਸਿਰਫ ਅਤੇ ਸਿਰਫ ਉਸ ਦੇ ਆਪਣੇ ਰਿਸਕ 'ਤੇ। ਡੇਵਿਡ ਫੌਰਨ ਉਸ ਕਮਰੇ ਵੱਲ ਵਧਿਆ। ਉਸ ਦੇ ਖਿਆਲ ਨਾਲ ਤਾਂ ਉਸ ਕਮਰੇ ਨੂੰ ਅੰਦਰ ਤੋਂ ਬੰਦ ਹੋਣਾ ਚਾਹੀਦਾ ਸੀ, ਪਰ ਉਸ ਨੇ ਜਿਵੇਂ ਹੀ ਚਾਬੀ ਘੁਮਾਈ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਆਸਾਨੀ ਨਾਲ ਖੁੱਲ੍ਹ ਗਿਆ। ਪਰ ਜ਼ੋਰ ਨਾਲ ਧੜਕਦੇ ਹੋਏ ਦਿਲ ਨਾਲ ਜਿਵੇਂ ਹੀ ਉਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਕਮਰਾ ਖਾਲੀ ਹੈ। ਕਮਰੇ ਵਿੱਚ ਲੱਗੇ ਹੋਏ ਮਖਮਲੀ ਪਰਦੇ ਸਰਸਰ ਕਰ ਰਹੇ ਸਨ ਅਤੇ ਇਸ ਕਮਰੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਰਕਤ ਸੀ ਨਹੀਂ। ਉਸ ਨੂੰ ਬਹੁਤ ਅਜੀਬ ਲੱਗਿਆ। ਹੁਣੇ ਤਾਂ ਉਸ ਦੀ ਭੈਣ ਇਸ ਕਮਰੇ ਵਿੱਚ ਆਈ ਸੀ, ਅਚਾਨਕ ਉਹ ਕਿੱਥੇ ਚਲੀ ਗਈ? ਇਹੀ ਸੋਚ ਕੇ ਉਸ ਦਾ ਦਿਮਾਗ ਫਟ ਰਿਹਾ ਸੀ। ਉਸ ਨੇ ਬਾਥਰੂਮ ਵਿੱਚ, ਬੈੱਡ ਦੇ ਨੀਚੇ ਅਤੇ ਕਮਰੇ ਦੀਆਂ ਅਲਮਾਰੀਆਂ ਵਿੱਚ ਚੰਗੀ ਤਰ੍ਹਾਂ ਦੇਖਿਆ, ਪਰ ਉਸ ਦੀ ਭੈਣ ਕਿਤੇ ਨਹੀਂ ਸੀ। ਉਹ ਉੱਥੇ ਹੁੰਦੀ ਤਾਂ ਮਿਲਦੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਇੰਨੇ ਵਿੱਚ ਬਾਹਰ ਤੋਂ ਕਿਸੇ ਦੀ ਪੈਰਾਂ ਦੀ ਆਵਾਜ਼ ਆਈ। ਇਹ ਉਹੀ ਮੁੰਡਾ ਸੀ ਜੋ ਉਸ ਨੂੰ ਬਾਹਰ ਆਉਣ ਦਾ ਰਸਤਾ ਇਸ਼ਾਰਾ ਕਰ ਰਿਹਾ ਸੀ। ਮਜਬੂਰਨ ਉਸ ਨੂੰ ਕਮਰੇ ਵਿੱਚੋਂ ਬਾਹਰ ਆਉਣਾ ਪਿਆ। ਬਾਹਰ ਨਿਕਲਦੇ ਹੀ ਉਸ ਨੇ ਉਸ ਮੁੰਡੇ ਨੂੰ ਪੁੱਛਿਆ, ਤੂੰ ਇਸ ਕਮਰੇ ਵਿੱਚ ਕੀ ਕਰਨ ਆਉਂਦਾ ਸੀ? ਇਹ ਕਮਰਾ ਤਾਂ ਖਾਲੀ ਹੈ, ਇਸ ਦੇ ਅੰਦਰ ਤਾਂ ਕੋਈ ਨਹੀਂ ਹੈ। ਉਸ ਨੇ ਕਿਹਾ, ਮੈਂ ਤਾਂ ਇੱਥੇ ਸ਼ਰਬਤ ਦੇਣ ਆਉਂਦਾ ਸੀ। 2 ਗਲਾਸ ਸ਼ਰਬਤ ਦੇ ਮੈਨੂੰ ਦੇ ਦਿੱਤੇ ਜਾਂਦੇ ਸਨ, ਉਹੀ ਇਸ ਕਮਰੇ ਵਿੱਚ ਪਹੁੰਚਾਉਂਦਾ ਸੀ। ਇੱਕ ਔਰਤ ਮੇਰੇ ਤੋਂ ਗਲਾਸ ਲੈ ਲੈਂਦੀ ਹੈ ਅਤੇ ਮੈਂ ਵਾਪਸ ਆ ਜਾਂਦਾ ਹਾਂ। ਮੈਨੂੰ ਨਹੀਂ ਪਤਾ ਇੱਥੇ ਕੀ ਹੁੰਦਾ ਹੈ। ਉਸ ਦੀ ਗੱਲ ਸੁਣ ਕੇ ਡੇਵਿਡ ਹੈਰਾਨ ਰਹਿ ਗਿਆ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਉਸ ਦੀ ਭੈਣ ਇਸ ਕਮਰੇ ਵਿੱਚੋਂ ਕਿੱਥੇ ਗਈ। ਇਸ ਤੋਂ ਪਹਿਲਾਂ ਕਿ ਉਹ ਉੱਥੇ ਵਾਪਸ ਜਾਂਦੇ, ਉਸ ਨੂੰ ਕਮਰੇ ਦੇ ਫਰਸ਼ 'ਤੇ ਵਿਛੇ ਕਾਲੀਨ ਵਿੱਚ ਕੁਝ ਹਰਕਤ ਮਹਿਸੂਸ ਹੋਈ। ਉਹ ਕਮਰੇ ਅੰਦਰ ਦੁਬਾਰਾ ਵਾਪਸ ਜਾਣ ਹੀ ਲੱਗਾ ਸੀ ਕਿ ਉਸ ਮੁੰਡੇ ਨੇ ਉਸ ਨੂੰ ਰੋਕ ਦਿੱਤਾ। ਫਿਰ ਇੱਕਦਮ ਕਮਰੇ ਦੀ ਲਾਈਟ ਬੰਦ ਹੋ ਗਈ। ਉਹਨਾਂ ਨੂੰ ਉੱਥੋਂ ਵਾਪਸ ਆਉਣਾ ਪਿਆ। ਇਹ ਥਾਂ ਖਤਰਨਾਕ ਸੀ, ਇੱਥੇ ਜਾਣਾ ਆਸਾਨ ਗੱਲ ਨਹੀਂ ਸੀ, ਪਰ ਉਹ ਮੁੰਡਾ ਡੇਵਿਡ ਦੀ ਮਜਬੂਰੀ ਸਮਝਦਾ ਸੀ। ਉਸਨੇ ਇੱਕ ਸਿਕਿਉਰਿਟੀ ਗਾਰਡ ਜੋ ਉਸ ਦਾ ਦੋਸਤ ਸੀ, ਉਸ ਨੂੰ ਸਾਰੀ ਗੱਲ ਸਮਝਾਈ। ਉਹ ਸਿਕਿਉਰਿਟੀ ਗਾਰਡ ਇੱਕ ਬਜ਼ੁਰਗ ਆਦਮੀ ਸੀ। ਉਹ ਡੇਵਿਡ ਦੀ ਮਜਬੂਰੀ ਸਮਝ ਗਿਆ। ਉਹ ਵੀ ਉਸ ਦੀ ਮਦਦ ਕਰਨ ਲਈ ਮੰਨ ਗਿਆ। ਉਸ ਨੇ ਡੇਵਿਡ ਨੂੰ ਕਿਹਾ, ਮੈਂ ਤੈਨੂੰ ਉੱਥੇ ਜਾਣ ਦੀ ਇਜਾਜ਼ਤ ਦੇ ਦੇਵਾਂਗਾ। ਤੂੰ ਉਸ ਕਮਰੇ ਵਿੱਚ ਜਾ ਕੇ ਜੋ ਚਾਹੇ ਚੰਗੀ ਤਰ੍ਹਾਂ ਆਪਣੀ ਤਸੱਲੀ ਕਰ ਲੈ, ਪਰ ਇਸ ਕਮਰੇ ਵਿੱਚ ਜੋ ਵੀ ਕੁੜੀ ਗਈ ਹੈ ਉਹ ਦੁਬਾਰਾ ਕਦੇ ਬਾਹਰ ਨਹੀਂ ਆਈ। ਉਸ ਕਮਰੇ ਬਾਰੇ ਅਜੀਬ ਤਰ੍ਹਾਂ ਦੀਆਂ ਗੱਲਾਂ ਮਸ਼ਹੂਰ ਹਨ, ਪਰ ਤੇਰੇ ਮੁਤਾਬਕ ਜੇਕਰ ਉਹ ਕਮਰਾ ਖਾਲੀ ਸੀ ਤਾਂ ਇਸ ਗੱਲ ਦਾ ਯਕੀਨ ਖੁਦ ਵੀ ਕਰ ਲੈ। ਹੋ ਸਕਦਾ ਹੈ ਤੇਰੀ ਭੈਣ ਕਿਸੇ ਦੂਸਰੇ ਕਮਰੇ ਵਿੱਚ ਗਈ ਹੋਵੇ। ਉਸ ਦੀ ਗੱਲ ਸੁਣ ਕੇ ਡੇਵਿਡ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਉਹ ਚੁੱਪ ਰਹਿ ਗਿਆ। ਉਸ ਨੂੰ ਆਪਣੀ ਭੈਣ 'ਤੇ ਪੂਰਾ ਭਰੋਸਾ ਸੀ। ਉਹ ਕਦੇ ਵੀ ਆਪਣੇ ਮਾਂ-ਬਾਪ ਦੀ ਇੱਜ਼ਤ ਨੂੰ ਦਾਗ ਨਹੀਂ ਲਗਾ ਸਕਦੀ ਸੀ, ਪਰ ਉਸ ਦੀ ਇਸ ਹਰਕਤ ਨੇ ਉਸ ਨੂੰ ਆਪਣੇ ਦੋਸਤਾਂ ਦੇ ਸਾਹਮਣੇ ਸ਼ਰਮਿੰਦਾ ਕਰ ਦਿੱਤਾ ਸੀ। ਪਰ ਉਹ ਉਸ ਦੀ ਭੈਣ ਸੀ, ਉਹ ਉਸ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦਾ ਸੀ। ਉਸ ਦੇ ਮਾਂ-ਬਾਪ ਉਸ ਦੇ ਘਰ ਤੋਂ ਗਾਇਬ ਹੋਣ ਕਰਕੇ ਪਰੇਸ਼ਾਨ ਸਨ। ਉਹ ਤਾਂ ਥਾਣੇ ਤੱਕ ਜਾਣਾ ਚਾਹੁੰਦੇ ਸਨ, ਪਰ ਡੇਵਿਡ ਨੇ ਉਹਨਾਂ ਨੂੰ ਤਸੱਲੀ ਦਿੱਤੀ ਕਿ ਉਹ ਆਪਣੀ ਭੈਣ ਨੂੰ ਖੁਦ ਲੱਭ ਕੇ ਲਿਆਵੇਗਾ। ਆਪਣੇ ਬਾਪੂ ਜੀ ਨੂੰ ਤਾਂ ਡੇਵਿਡ ਨੇ ਸਮਝਾ ਵੀ ਦਿੱਤਾ ਸੀ ਕਿ ਹੋਟਲ ਵਿੱਚ ਕੁਝ ਅਜਿਹੇ ਲੋਕ ਹਨ ਜੋ ਉਸ ਦੀ ਮਦਦ ਕਰ ਸਕਦੇ ਹਨ। ਉਹ ਉਸ ਸਿਕਿਉਰਿਟੀ ਗਾਰਡ ਦੀ ਮਦਦ ਨਾਲ ਉਸ ਦਰਵਾਜ਼ੇ ਤੱਕ ਪਹੁੰਚਣ ਵਿੱਚ ਦੁਬਾਰਾ ਕਾਮਯਾਬ ਹੋ ਗਿਆ। ਉਸ ਨੂੰ ਪੂਰਾ ਯਕੀਨ ਸੀ ਕਿ ਉਸ ਕਾਲੀਨ ਦੇ ਨੀਚੇ ਜ਼ਰੂਰ ਅਜਿਹੀ ਕੋਈ ਚੀਜ਼ ਹੋਵੇਗੀ ਜਿਸ ਵਿੱਚ ਉਸ ਦੀ ਭੈਣ ਦੀ ਗੁੰਮਸ਼ੁਦਗੀ ਦਾ ਰਾਜ਼ ਛੁਪਿਆ ਹੈ। ਉਹ ਰੱਬ ਦਾ ਨਾਮ ਲੈ ਕੇ ਉਸ ਕਮਰੇ ਅੰਦਰ ਦਾਖਲ ਹੋ ਗਿਆ। ਜਦੋਂ ਉਹ ਕਮਰੇ ਵਿੱਚ ਪਿਆ ਮੋਟਾ ਕਾਲੀਨ ਇੱਕ ਪਾਸੇ ਹਟਾਇਆ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ।
ਉਸਨੇ ਵੇਖਿਆ ਫਰਸ਼ 'ਤੇ ਇੱਕ ਲੋਹੇ ਦਾ ਦਰਵਾਜ਼ਾ ਬਣਿਆ ਹੋਇਆ ਸੀ। ਉਸਨੇ ਆਪਣੇ ਦੋਵਾਂ ਹੱਥਾਂ ਨਾਲ ਉਸ ਨੂੰ ਹੌਲੀ-ਹੌਲੀ ਖੋਲ੍ਹਿਆ ਅਤੇ ਨੀਚੇ ਬਣੀਆਂ ਹੋਈਆਂ ਪੌੜੀਆਂ 'ਤੇ ਪੈਰ ਰੱਖਿਆ। ਉਹ ਸਮਝ ਚੁੱਕਾ ਸੀ ਕਿ ਹੋਟਲ ਦੇ ਇਸ ਕਮਰੇ ਵਿੱਚ ਕਿਸੇ ਤਹਿਖਾਨੇ ਦਾ ਰਸਤਾ ਹੈ। ਉਹ ਫਟਾਫਟ ਪੌੜੀਆਂ ਤੋਂ ਨੀਚੇ ਉਤਰਿਆ, ਕਿਉਂਕਿ ਉਹ ਜਲਦੀ ਤੋਂ ਜਲਦੀ ਹਕੀਕਤ ਤੱਕ ਪਹੁੰਚਣਾ ਚਾਹੁੰਦਾ ਸੀ। ਅੰਦਰ ਜਾਂਦੇ ਹੀ ਉਸ ਨੇ ਕੁਝ ਅਜਿਹਾ ਦੇਖਿਆ ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਅੰਦਰ ਇੱਕ ਪੂਰੀ ਦੁਨੀਆ ਵਸੀ ਹੋਈ ਸੀ। ਚਾਰੇ ਪਾਸੇ ਖੂਬਸੂਰਤ ਕਮਰੇ ਬਣੇ ਹੋਏ ਸਨ। ਇਸ ਜਗ੍ਹਾ ਨੂੰ ਵੇਖ ਕੇ ਇੰਜ ਲੱਗ ਰਿਹਾ ਸੀ ਕਿ ਇੱਥੇ ਰਹਿਣ ਵਾਲੇ ਲੋਕ ਕਿਸੇ ਦੂਜੀ ਦੁਨੀਆ ਤੋਂ ਆਏ ਹਨ। ਚਾਰੇ ਪਾਸੇ ਖੂਬਸੂਰਤੀ ਹੀ ਖੂਬਸੂਰਤੀ ਸੀ। ਤਲਾਬ ਕੋਲ ਬੈਠੀਆਂ ਕੁੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਸਨ। ਉਹਨਾਂ ਦੀ ਗਿਣਤੀ 10-12 ਦੇ ਕਰੀਬ ਹੋਵੇਗੀ, ਜਦੋਂ ਕਿ ਕੁਲਦੀਪ ਦੇ ਮੁਤਾਬਕ 50 ਦੇ ਕਰੀਬ ਕੁੜੀਆਂ ਹੋਟਲ ਦੇ ਕਮਰੇ ਵਿੱਚ ਆ ਕੇ ਗਾਇਬ ਹੋਈਆਂ ਸਨ। ਉਸਨੇ ਆਪਣੀ ਭੈਣ ਨੂੰ ਲੱਭਣਾ ਸੀ, ਪਰ ਹਾਲੇ ਉਹ ਬਹੁਤ ਹੈਰਾਨ ਪਰੇਸ਼ਾਨ ਖੜਿਆ ਉਸ ਮਹਿਲ ਵਰਗੇ ਤਹਿਖਾਨੇ ਨੂੰ ਦੇਖ ਹੀ ਰਿਹਾ ਸੀ ਕਿ ਉਸ ਨੂੰ ਆਪਣੇ ਪਿੱਛੇ ਕਿਸੇ ਦੇ ਖੜੇ ਹੋਣ ਦਾ ਅਹਿਸਾਸ ਹੋਇਆ। ਇਸ ਤੋਂ ਪਹਿਲਾਂ ਕਿ ਉਹ ਪਿੱਛੇ ਮੁੜ ਕੇ ਦੇਖ ਪਾਉਂਦਾ, ਕਿਸੇ ਨੇ ਉਸ ਦੇ ਸਿਰ 'ਤੇ ਕੋਈ ਭਾਰੀ ਚੀਜ਼ ਮਾਰੀ ਅਤੇ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਕਈ ਘੰਟੇ ਗੁਜ਼ਰ ਚੁੱਕੇ ਸਨ, ਪਰ ਉਸ ਦੀ ਖੁਸ਼ਕਿਸਮਤੀ ਸੀ ਕਿ ਉਸਨੇ ਆਪਣੇ ਸਾਹਮਣੇ ਉਸੇ ਸਿਕਿਉਰਿਟੀ ਗਾਰਡ ਨੂੰ ਵੇਖਿਆ ਜਿਸ ਨਾਲ ਕੁਝ ਦੇਰ ਪਹਿਲਾਂ ਹੀ ਉਸ ਦੀ ਮੁਲਾਕਾਤ ਹੋਈ ਸੀ। ਉਸਨੇ ਉਸ ਨੂੰ ਪੁੱਛਿਆ ਕਿ ਮੈਂ ਕਿੱਥੇ ਹਾਂ। ਉਸਨੇ ਬਹੁਤ ਮੁਸ਼ਕਿਲ ਨਾਲ ਦੱਸਿਆ ਕਿ ਉਹ ਹੋਟਲ ਦੇ ਤਹਿਖਾਨੇ ਵਿੱਚ ਕੈਦ ਹੈ, ਜਿੱਥੇ ਆਉਂਦੇ ਹੋਏ ਡੇਵਿਡ ਸਿਕਿਉਰਿਟੀ ਦੀ ਨਜ਼ਰ ਵਿੱਚ ਆ ਗਿਆ ਸੀ। ਪਰ ਉਸ ਸਿਕਿਉਰਿਟੀ ਗਾਰਡ ਨੇ ਪਤਾ ਨਹੀਂ ਕਿਵੇਂ ਸਿਕਿਉਰਿਟੀ ਨਾਲ ਗੱਲਬਾਤ ਕਰਕੇ ਡੇਵਿਡ ਤੱਕ ਪਹੁੰਚ ਕੀਤੀ ਅਤੇ ਬਚਾਇਆ। ਡੇਵਿਡ ਦਾ ਖਿਆਲ ਰੱਖਿਆ ਅਤੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਡੇਵਿਡ ਉਸ ਦਾ ਸ਼ੁਕਰਗੁਜ਼ਾਰ ਸੀ, ਪਰ ਉਸ ਦੀ ਪਰੇਸ਼ਾਨੀ ਉਸ ਨੂੰ ਸਾਫ਼ ਨਜ਼ਰ ਆ ਰਹੀ ਸੀ। ਉਸਨੇ ਡੇਵਿਡ ਨੂੰ ਕਿਹਾ, ਪੁੱਤਰ ਜਲਦੀ ਕਰ, ਤੈਨੂੰ ਇੱਥੋਂ ਜਲਦੀ ਜਾਣਾ ਹੋਵੇਗਾ, ਕਿਉਂਕਿ ਮੈਂ ਇੱਥੇ ਬੜੀ ਮੁਸ਼ਕਿਲ ਨਾਲ ਆਇਆ ਹਾਂ। ਨਾ ਸਿਰਫ ਮੇਰੀ ਨੌਕਰੀ ਬਲਕਿ ਮੇਰੀ ਜਾਨ ਨੂੰ ਵੀ ਖਤਰਾ ਹੈ। ਪੁੱਤਰ ਤੂੰ ਆਪਣੀ ਭੈਣ ਦੇ ਪਿੱਛੇ ਇੱਥੇ ਤੱਕ ਆਇਆ ਹੈ, ਇਸ ਲਈ ਮੈਂ ਤੇਰੀ ਮਦਦ ਕੀਤੀ ਹੈ। ਇੱਥੇ ਆਉਣ ਵਾਲੀਆਂ ਕੁੜੀਆਂ ਨੂੰ ਚੰਗੀਆਂ ਕੁੜੀਆਂ ਸਮਝਣ ਦੀ ਗਲਤੀ ਨਾ ਕਰੀਂ। ਡੇਵਿਡ ਇਸ ਖੇਲ ਤੋਂ ਵਾਕਫ ਸੀ, ਪਰ ਉਹ ਇਹ ਨਹੀਂ ਜਾਣਦਾ ਸੀ ਕਿ ਇੱਥੇ ਕੋਈ ਤਹਿਖਾਨਾ ਵੀ ਬਣਿਆ ਹੋਇਆ ਹੈ ਜਿੱਥੇ ਇਹਨਾਂ ਸਭ ਕੁੜੀਆਂ ਨੂੰ ਕੈਦ ਕੀਤਾ ਗਿਆ ਹੈ ਅਤੇ ਇਸ ਹੋਟਲ ਦਾ ਮਾਲਕ ਇਹਨਾਂ ਨੂੰ ਆਪਣੇ ਮਕਸਦ ਲਈ ਇਸਤੇਮਾਲ ਕਰਦਾ ਹੈ। ਉਸ ਗਾਰਡ ਨੇ ਡੇਵਿਡ ਨੂੰ ਕਿਹਾ, ਉਹਨਾਂ ਕੁੜੀਆਂ ਵਿੱਚੋਂ ਉਸ ਨੂੰ ਆਪਣੀ ਭੈਣ ਦੀ ਤਲਾਸ਼ ਆਪ ਕਰਨੀ ਹੋਵੇਗੀ। ਇਸ ਤੋਂ ਬਾਅਦ ਮੈਂ ਤੈਨੂੰ ਇੱਕ ਰਸਤਾ ਦੱਸਾਂਗਾ ਜਿਸ ਵਿੱਚੋਂ ਹੁੰਦੇ ਹੋਏ ਤੂੰ ਇਹ ਤਹਿਖਾਨੇ ਵਿੱਚੋਂ ਬਾਹਰ ਨਿਕਲ ਜਾਵੇਂਗਾ। ਪਰ ਧਿਆਨ ਰਹੇ, ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰੀ। ਸਿਰਫ ਆਪਣੀ ਭੈਣ ਨੂੰ ਇੱਥੋਂ ਲੈ ਕੇ ਜਾਈਂ, ਕਿਸੇ ਨਾਲ ਫਾਲਤੂ ਗੱਲ ਨਾ ਕਰੀਂ ਅਤੇ ਨਾ ਹੀ ਇੱਥੋਂ ਕੋਈ ਚੀਜ਼ ਚੁੱਕੀ। ਮੈਂ ਤੇਰੇ ਲਈ ਸਭ ਇੰਤਜ਼ਾਮ ਕਰ ਦੇਵਾਂਗਾ। ਉਸਨੇ ਕਿਹਾ, ਜਲਦੀ ਤੋਂ ਜਲਦੀ ਜਾ ਕੇ ਆਪਣੀ ਭੈਣ ਨੂੰ ਲੱਭ। ਡੇਵਿਡ ਉੱਥੇ ਉੱਠ ਕੇ ਦੂਜੇ ਕਮਰੇ ਵਿੱਚ ਆ ਗਿਆ, ਜੋ ਖੁੱਲ੍ਹੇ ਵੱਡੇ ਹਾਲ ਵਰਗਾ ਸੀ। ਉਸ ਦੀ ਨਜ਼ਰ ਉਸ ਕੁੜੀ 'ਤੇ ਪਈ ਜੋ ਮਾਸੂਮ ਜਿਹਾ ਚਿਹਰਾ ਬਣਾਏ ਉਹਨਾਂ ਸਭ ਕੁੜੀਆਂ ਤੋਂ ਅਲੱਗ ਹੀ ਨਜ਼ਰ ਆ ਰਹੀ ਸੀ। ਉਸ ਨੇ ਆਪਣੀ ਭੈਣ ਨੂੰ ਲੱਭਣਾ ਸੀ, ਪਰ ਉਸ ਨੂੰ ਇਸ ਦੀ ਜ਼ਰੂਰਤ ਨਹੀਂ ਪਈ। ਉਸ ਦੀ ਭੈਣ ਕਿਸੇ ਅੰਦਰ ਵਾਲੇ ਕਮਰੇ ਵਿੱਚੋਂ ਭੱਜਦੀ ਹੋਈ ਆਈ ਅਤੇ ਉਸ ਨੂੰ ਲਿਪਟ ਕੇ ਰੋਣ ਲੱਗੀ। ਆਪਣੀ ਭੈਣ ਦੀ ਅਜਿਹੀ ਹਾਲਤ ਦੇਖ ਕੇ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ ਅਤੇ ਬਿਨਾਂ ਕੋਈ ਗੱਲਬਾਤ ਕੀਤੇ ਉਹ ਉਸ ਨੂੰ ਬਾਹਰ ਲੈ ਗਿਆ ਅਤੇ ਸਿਕਿਉਰਿਟੀ ਗਾਰਡ ਦੇ ਦੱਸੇ ਹੋਏ ਰਸਤੇ ਵਿੱਚੋਂ ਆਪਣੀ ਭੈਣ ਨੂੰ ਲੈ ਕੇ ਬਾਹਰ ਨਿਕਲ ਗਿਆ। ਉਸ ਨੂੰ ਉਸ ਕੁੜੀ ਦਾ ਖਿਆਲ ਹਾਲੇ ਵੀ ਸਤਾ ਰਿਹਾ ਸੀ। ਉਹ ਉਸ ਨੂੰ ਵੀ ਇਸ ਨਰਕ ਵਿੱਚੋਂ ਕੱਢਣਾ ਚਾਹੁੰਦਾ ਸੀ। ਸੱਚ ਪੁੱਛੋ ਤਾਂ ਉਸ ਦੀ ਪਹਿਲੀ ਨਜ਼ਰ ਉਸ ਉੱਤੇ ਹੀ ਪਈ ਸੀ, ਪਰ ਉਸ ਨੂੰ ਆਪਣੀ ਭੈਣ ਦੀ ਇੱਜ਼ਤ ਪਿਆਰੀ ਸੀ। ਇਸ ਲਈ ਸਭ ਤੋਂ ਪਹਿਲਾਂ ਉਹ ਆਪਣੀ ਭੈਣ ਨੂੰ ਉੱਥੋਂ ਬਾਹਰ ਲੈ ਕੇ ਆਇਆ। ਉਸ ਦੀ ਭੈਣ ਉਸ ਤੋਂ ਮਾਫ਼ੀ ਮੰਗਣ ਲੱਗੀ। ਉਸ ਨੇ ਉਸ ਦੀ ਕਿਸੇ ਗੱਲ ਨੂੰ ਉੱਪਰ ਜ਼ਿਆਦਾ ਧਿਆਨ ਨਾ ਦਿੱਤਾ, ਬਸ ਉਸ ਨੂੰ ਫਟਾਫਟ ਗੱਡੀ ਵਿੱਚ ਬਿਠਾਇਆ ਅਤੇ ਉਸ ਨੂੰ ਘਰ ਲੈ ਆਇਆ।
घर पहुँच के डेविड ने घसीटते हुए उसनूं गड्डी विचों बाहर कढ़िया ਅਤੇ माँ-बाप ਦੇ ਸਾਹਮਣੇ ਕਿਸੇ ਮੁਜਰਿਮ ਦੀ ਤਰ੍ਹਾਂ ਪੇਸ਼ ਕੀਤਾ। ਉਹ ਵੀ ਡਰ ਦੇ ਮਾਰੇ ਕੰਬ ਰਹੀ ਸੀ। ਉਸ ਨੇ ਦੱਸਿਆ ਕਿ ਉਹ ਉੱਥੇ ਕਿਸੇ ਨੂੰ ਮਿਲਣ ਨਹੀਂ ਬਲਕਿ ਨੌਕਰੀ ਦੀ ਤਲਾਸ਼ ਵਿੱਚ ਗਈ, ਜਿਸ ਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਤਨਖਾਹ ਬਹੁਤ ਜ਼ਿਆਦਾ ਹੈ। ਉਹ ਆਪਣੇ ਭਰਾ ਡੇਵਿਡ ਦੀ ਮਦਦ ਕਰਨਾ ਚਾਹੁੰਦੀ ਸੀ, ਉਸ ਦਾ ਬੋਝ ਘੱਟ ਕਰਨਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਇਹ ਕਦਮ ਚੁੱਕਿਆ। ਉਸ ਨੂੰ ਪਤਾ ਸੀ ਕਿ ਉਹ ਹੋਟਲ ਵਿੱਚ ਪਹਿਲਾਂ ਤੋਂ ਹੀ ਨੌਕਰੀ ਕਰਦਾ ਹੈ, ਇਸ ਲਈ ਉਸ ਨੂੰ ਇੱਥੋਂ ਦੇ ਲੋਕਾਂ 'ਤੇ ਭਰੋਸਾ ਸੀ, ਕਿਉਂਕਿ ਉਹ ਘਰ ਵਿੱਚ ਆਪਣੇ ਬੌਸ ਅਤੇ ਮੈਨੇਜਮੈਂਟ ਦੀ ਹਮੇਸ਼ਾ ਤਾਰੀਫ ਕਰਿਆ ਕਰਦਾ ਸੀ। ਉਹ ਡੇਵਿਡ ਨੂੰ ਬਿਨਾਂ ਦੱਸੇ ਆਪਣੀ ਨੌਕਰੀ ਦਾ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ, ਪਰ ਉਸ ਭੈਣ ਨੂੰ ਸ਼ਾਇਦ ਇਸ ਜ਼ਾਲਿਮ ਜ਼ਮਾਨੇ ਦਾ ਪਤਾ ਨਹੀਂ ਸੀ। ਇਹ ਜ਼ਰੂਰੀ ਨਹੀਂ ਹੈ ਕਿ ਹਰ ਚੰਗਾ ਦਿਖਣ ਵਾਲਾ ਇਨਸਾਨ ਅੰਦਰ ਤੋਂ ਵੀ ਚੰਗਾ ਹੀ ਹੋਵੇ। ਉਸ ਦੇ ਕਈ ਰੰਗ ਹੋ ਸਕਦੇ ਹਨ। ਉਹ ਸਭ ਸ਼ੁਕਰਗੁਜ਼ਾਰ ਸੀ ਕਿ ਉਸ ਦੀ ਭੈਣ ਇੱਕ ਬੜੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਸੀ। ਉਸ ਨੇ ਕੁਲਦੀਪ ਅਤੇ ਉਸ ਦੇ ਦੋਸਤ ਅਤੇ ਸਿਕਿਉਰਿਟੀ ਗਾਰਡ ਨਾਲ ਦੁਬਾਰਾ ਗੱਲ ਕੀਤੀ ਅਤੇ ਇਸ ਖੂਫੀਆ ਤਹਿਖਾਨੇ ਨੂੰ ਪੁਲਿਸ ਦੀ ਮਦਦ ਨਾਲ ਉਹਨਾਂ ਗੁਨਾਹਾਂ ਅਤੇ ਬੁਰਾਈਆਂ ਦਾ ਅੱਡਾ ਬਣਨ ਤੋਂ ਰੋਕਿਆ ਜਾਵੇ ਤਾਂ ਜੋ ਨਿਕਲਣ ਵਾਲੀ ਦਲਦਲ ਦੀ ਤਰ੍ਹਾਂ ਹੁੰਦੀਆਂ ਹਨ। ਪਰ ਉਹ ਸਭ ਡੇਵਿਡ ਇਹ ਕਹਿ ਕੇ ਚੁੱਪ ਕਰਵਾ ਦਿੰਦੇ ਕਿ ਇਸ ਦੇਸ਼ ਦਾ ਇਨਸਾਫ ਵੀ ਵਿਕਿਆ ਹੋਇਆ ਹੈ। ਜੇਕਰ ਤੂੰ ਇਹ ਕੋਸ਼ਿਸ਼ ਕਰੇਗਾ ਤਾਂ ਆਪਣੀ ਜਾਨ ਤੋਂ ਵੀ ਜਾਵੇਂਗਾ। ਜੋ ਹੋਇਆ ਉਸ ਨੂੰ ਭੁੱਲ ਜਾ। ਪਰ ਡੇਵਿਡ ਅੱਜ ਤੱਕ ਉਸ ਕੁੜੀ ਦਾ ਚਿਹਰਾ ਨਹੀਂ ਭੁੱਲ ਸਕਿਆ ਜਿਸ ਨੂੰ ਉਸ ਨੇ ਪਹਿਲੇ ਦਿਨ ਹੋਟਲ ਦੇ ਦਰਵਾਜ਼ੇ ਵਿੱਚੋਂ ਅੰਦਰ ਆਉਂਦੇ ਦੇਖਿਆ ਸੀ। ਉਹ ਆਪਣੀ ਭੈਣ ਦੀ ਇੱਜ਼ਤ ਬਚਾਉਣ ਵਿੱਚ ਤਾਂ ਕਾਮਯਾਬ ਹੋ ਗਿਆ, ਪਰ ਆਪਣਾ ਪਿਆਰ ਹਾਰ ਕੇ ਹਮੇਸ਼ਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ।